अस्सलाम वालेकुम शानी जट वीलॉग ऑफिशियल चैनल ये तुम सब ਨੂੰ ਬਹੁਤ ਖੁਸ਼ ਆਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਵਿੱਚ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ ਬਰ ਵਕਤ ਤੁਹਾਡੇ ਤੱਕ ਪਹੁੰਚ ਜਾਏ। ਤੇ ਆਪਣੇ ਖਿਆਲਾਤ ਦਾ ਇਜ਼ਹਾਰ ਵੀ ਜ਼ਰੂਰ ਕਰੋ लेकिन तहजीब ददारे नाल ते मेरे वीलॉग नूं आखिर तक जरूर देखा करो। जनाब आली जिस तरह के तुहानूं यानी कि जिस तरह तुहानूं मालूम है, जिस तरह तुसीं जानदे हो कि पंजाब दी जिहड़ी वज़ीर आला हैगी है मोहतरमा मरियम नवाज साहिबा उन्हां दा जिहड़ा ऑपरेशन होया सर्जरी होई है उन्हां दे गले दी। तुहानूं पता है कि वो उस गले दी बीमारी दे विच मुबतला है सन ਤੇ ਇਹ ਬਿਮਾਰੀ ਉਹਨਾਂ ਨੂੰ ਤਦ ਲੱਗੀ ਜਦੋਂ ਜੇਲ੍ਹ ਦੇ ਵਿੱਚ ਬੰਦ ਸਨ ਇਮਰਾਨ ਅਮਰ ਖਾਨ ਨਿਆਜ਼ੀ ਦੀ ਦੌਰੇ ਹੁਕੂਮਤ ਦੇ ਵਿੱਚ। ਤੇ ਉਦੋਂ ਇਹਨਾਂ ਨੂੰ ਜਿਹੜਾ ਸੀ ਨਾ ਦਰਦ ਬੜੀ ਸ਼ਿੱਦਤ ਹੋਈ, ਲੇਕਿਨ ਇਹਨਾਂ ਦੀ ਜ਼ਾਲਿਮ ਹਕੂਮਤ ਨੇ ਜਿਹੜਾ ਸੀ ਉਹਨਾਂ ਨੂੰ ਇਲਾਜ ਕਰਨ ਬਾਹਰ ਨਹੀਂ ਆਉਣ ਦਿੱਤਾ ਤੇ ਨਾ ਹੀ ਉਹਨਾਂ ਨੂੰ ਕੋਈ ਸਹੂਲਤ ਦਿੱਤੀ। ਉਹਨਾਂ ਦਾ ਪਾਸਪੋਰਟ ਵੀ ਜਿਹੜਾ ਸੀ ਉਹ ਵੀ ਆਪਣੇ ਕਬਜ਼ੇ 'ਚ ਕਰ ਲਿਆ ਤੇ ਉਹਨਾਂ ਨੂੰ ਤੇ ਆਪਣੀ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਸੀ। ਤੇ ਫਿਰ ਉਹ ਜਦੋਂ ਜਿਹੜੇ ਝੂਠੇ ਕੇਸਿਸ ਉਹਨਾਂ ਦੇ ਉੱਤੇ ਬਣਾਏ ਗਏ ਸਨ ਤੇ ਜਦੋਂ ਕੋਰਟ ਨੇ ਵੇਖਿਆ ਕਿ ਇਹ ਸਾਰੇ ਕੇਸਿਸ ਝੂਠੇ ਨੇ ਤੇ ਜਿਹੜੀ ਚੌਧਰੀ ਸ਼ੂਗਰ ਮਿਲਸ ਦੇ ਵਿੱਚ ਜਿਹਦੇ ਵਿੱਚ ਉਹਨਾਂ ਦਾ ਨਾਮ ਆ ਰਿਹਾ ਸੀ ਤੇ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਤੇ ਉਸੇ ਦੌਰੇ ਹੁਕੂਮਤ ਦੇ ਵਿੱਚ ਹੀ ਇਮਰਾਨ ਖਾਨ ਜਦੋਂ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੇ ਦੌਰੇ ਹੁਕੂਮਤ ਦੇ ਵਿੱਚ ਹੀ ਉਹਨਾਂ ਨੇ ਕੋਰਟ ਨੇ ਉਹਨਾਂ ਨੂੰ ਬਰੀ ਵੀ ਕਰ ਦਿੱਤਾ ਤੇ ਉਹ ਕੇਸਿਸ ਵੀ ਸਾਰੇ ਖਤਮ ਕਰ ਦਿੱਤੇ। ਠੀਕ ਹੈ, ਉਸ ਟਾਈਮ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਹੈਗਾ ਸੀ। ਬੇਸ਼ੱਕ ਤਹਿਕੀਕ ਕਰ ਲਓ ਜੇ ਮੈਂ ਗਲਤ ਕਹਿ ਰਿਹਾ ਤੇ ਉਹਨਾਂ ਨੇ ਆਜ਼ਾਦ ਕਰ ਦਿੱਤਾ ਸੀ, ਰਿਹਾ ਕਰ ਦਿੱਤਾ ਸੀ ਮਰੀਮ ਨਵਾਜ਼ ਸਾਹਿਬਾ ਨੂੰ। ਤੇ ਜਨਾਬ ਫਿਰ ਜਦੋਂ ਉਹਨਾਂ ਨੂੰ ਰਿਹਾਈ ਮਿਲੀ ਹੈ ਤੇ ਫਿਰ ਉਹਨਾਂ ਨੇ ਕਿਉਂਕਿ ਆਪਣਾ ਇਲਾਜ ਕਰਾਉਣਾ ਸੀ ਗਲੇ ਦਾ ਤੇ ਉਹ ਫਿਰ ਇਲਾਜ ਦੇ ਸਿਲਸਿਲੇ ਵਿੱਚ ਉਹਨਾਂ ਨੇ ਬਾਹਰ ਜਾਣਾ ਸੀ ਤੇ ਉਹ ਫਿਰ ਜਨਾਬ ਕੋਰਟ ਕੋਲੋਂ ਰਜੂ ਕੀਤਾ ਤੇ ਉਹਨਾਂ ਨੇ ਕਿਹਾ ਜੀ ਕਿ ਠੀਕ ਹੈ ਤੁਸੀਂ ਸਾਨੂੰ 7 ਕਰੋੜ ਰੁਪਈਆ ਦਿਓ ਇੱਥੇ ਜ਼ਮਾਨਤ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਜਿਹੜਾ ਨਾ ਵਾਪਸ ਆਓਗੇ, ਕਿ ਤੁਸੀਂ ਉੱਥੇ ਕਿਤੇ ਇੱਧਰ ਉੱਧਰ ਨਿਕਲ ਨਹੀਂ ਜਾਓਗੇ, ਯਾਨੀ ਕਿ ਵਾਪਸ ਨਹੀਂ ਆਓਗੇ। ਤੇ ਉਹਨਾਂ ਨੇ ਫਿਰ ਜਨਾਬ 7 ਕਰੋੜ ਰੁਪਈਆ ਵੀ ਦਿੱਤਾ, ਪਾਸਪੋਰਟ ਆਪਣਾ ਵਾਪਸ ਲਿੱਤਾ ਤੇ ਵੀਜ਼ਾ ਲਵਾਇਆ ਤੇ ਫਿਰ ਉਹ ਜਨਾਬ ਉਹ ਚਲੇ ਗਏ ਸਵਿਟਜ਼ਰਲੈਂਡ ਜਨੀਵਾ ਤੇ ਉੱਥੇ ਜਨਾਬ ਉਹਨਾਂ ਨੇ ਆਪਣੇ ਗਲੇ ਦਾ ਆਪਰੇਸ਼ਨ ਕਰਾਇਆ, ਆਪਣਾ ਮੁਕੰਮਲ ਇਲਾਜ ਕਰਾਇਆ ਤੇ ਇਲਾਜ ਕਰਾ ਕੇ ਉਹ ਫਿਰ ਵਾਪਸ ਆਏ। ਫਿਰ ਤੁਹਾਨੂੰ ਪਤਾ ਕੁਛ ਦਿਨ ਪਹਿਲੇ ਉਹਨਾਂ ਨੂੰ ਜਿਹੜਾ ਸੀ 7 ਕਰੋੜ ਜਿਹੜਾ ਉਹਨਾਂ ਨੇ ਜਮ੍ਹਾਂ ਕਰਾਇਆ ਸੀ ਉਹ ਜਨਾਬ ਉਹਨਾਂ ਨੂੰ ਵਾਪਸ ਮਿਲ ਗਿਆ। ਉਹਨਾਂ ਨੇ ਦਰਖਾਸਤ ਦਿੱਤੀ ਕਿ ਜਨਾਬ ਕਿ ਮੈਂ ਆਪਣਾ ਪਾਸਪੋਰਟ ਇਸ ਸ਼ਰਤ ਦੇ 'ਚ ਲਿੱਤਾ ਸੀ ਕਿ ਮੈਂ ਇਲਾਜ ਕਰਾ ਕੇ ਵਾਪਸ ਆਵਾਂਗੀ ਤੇ 7 ਕਰੋੜ ਰੁਪਈਆ ਆਪਣਾ ਜ਼ਮਾਨਤ ਦੇ ਤੌਰ 'ਤੇ ਰਖਵਾਇਆ ਤੇ ਲਿਆਦਾ ਹੁਣ ਮੈਨੂੰ ਮੇਰਾ ਜਿਹੜਾ ਨਾ ਵਾਪਸ ਕੀਤਾ ਜਾਏ। ਤੇ ਫਿਰ ਕੋਰਟ ਨੇ ਉਹ ਵਾਪਸ ਕਰ ਦਿੱਤਾ। ਨੈਬ ਨੇ ਸਿਫਾਰਿਸ਼ ਕੀਤੀ ਕਿ ਹਾਂ ਜੀ ਸਾਨੂੰ ਕੋਈ ਮਸਲਾ ਨਹੀਂ ਗਾ, ਤੁਸੀਂ ਉਹਨਾਂ ਦੀ ਰਕਮ ਵਾਪਸ ਕਰ ਸਕਦੇ ਹੋ। ਤੇ ਇਹ ਗੱਲ ਤੇ ਇਹ ਬਾਤ ਹੈਗੀ ਹੈ। ਹੁਣ ਜਨਾਬੇ ਆਲੀ ਈਦ ਦੇ ਦਿਹਾੜੇ ਫਿਰ ਉਹਨਾਂ ਦਾ ਇੱਕ ਆਪਰੇਸ਼ਨ ਸਰਜਰੀ ਹੁੰਦੀ ਹੈ। ਠੀਕ ਹੈ, ਤੇ ਉਹ ਜਨਾਬ ਮਰੀਮ ਨਵਾਜ਼ ਸਾਹਿਬਾ ਸ਼ਰੀਫ ਮੈਡੀਕਲ ਦੇ ਵਿੱਚ ਆਪਣਾ ਇਲਾਜ ਕਰਵਾਉਂਦੇ ਨੇ। ਠੀਕ ਹੈ, ਸ਼ਰੀਫ ਮੈਡੀਕਲ ਦੇ ਵਿੱਚ ਆਪਣਾ ਇਲਾਜ ਕਰਾਉਂਦੇ ਨੇ। ਉਹ ਚਾਹੁੰਦੇ ਹੀ ਤੇ ਉਹ ਬਾਹਰ ਫਿਰ ਜਾ ਸਕਦੇ ਸਨ, ਜਨੇਵਾ ਜਾ ਕੇ ਦੁਬਾਰਾ ਆਪਣਾ ਇਲਾਜ ਕਰਾ ਸਕਦੇ ਸਨ, ਲੇਕਿਨ ਉਹਨਾਂ ਨੇ ਇਸ ਮਿੱਥ ਨੂੰ ਤੋੜਿਆ, ਖਤਮ ਕਰ ਦਿੱਤਾ। ਮਰੀਮ ਨਵਾਜ਼ ਸਾਹਿਬਾ ਨੇ ਇਸ ਮਿੱਥ ਨੂੰ ਖਤਮ ਕੀਤਾ, ਉਹਨਾਂ ਨੇ ਆਪਣਾ ਇਲਾਜ ਸ਼ਰੀਫ ਮੈਡੀਕਲ ਕਰਾਇਆ। ਠੀਕ ਹੈ, ਜਿਹੜੇ ਯੂਥੀਏ ਤੇ ਯੂਥਣਾ ਜਿਹੜੀਆਂ ਸਨ ਇਹ ਜੋ ਬਕਵਾਸ ਕਰਦੇ ਸਨ ਕਿ ਜੀ ਸ਼ਰੀਫ ਖਾਨਦਾਨ ਬਾਹਰ ਹੀ ਕਿਉਂ ਇਲਾਜ ਕਰਾਉਂਦਾ। ਮੈਂ ਪਹਿਲੇ ਵੈਸੇ ਤੁਹਾਨੂੰ ਇੱਥੇ ਮੈਂ ਇੱਕ ਗੱਲ ਵਜ਼ਾਹਤ ਕਰ ਦਿਆਂ, ਇਲਾਜ ਇਨਸਾਨ ਕਿੱਥੇ ਵੀ ਕਰਵਾ ਸਕਦਾ। ਠੀਕ ਹੈ, ਜ਼ਰੂਰੀ ਨਹੀਂ ਹੈਗਾ ਕਿ ਲੋ ਜੀ ਜਿਹਦੇ ਕੋਲ ਪੈਸੇ ਹੈਗੇ ਨੇ ਨਾ ਉਹ ਆਪਣਾ ਇਲਾਜ ਕਿੱਥੇ ਵੀ ਕਰਾ ਸਕਦਾ। ਇਹਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ, ਇਹਦੇ ਉੱਤੇ ਕੋਈ ਸਿਆਸਤ ਨਹੀਂ। ਜੋ ਸਮਝਦਾ ਕਿ ਮੈਂ ਆਪਣਾ ਇਲਾਜ ਬਾਹਰ ਅੱਛੇ ਤਰੀਕੇ ਨਾਲ ਕਰਾ ਸਕਦਾ। ਹੁਣ ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਦਿਲ ਦਾ ਜੇ ਕਿਸੇ ਦੇ ਦਿਲ ਦੇ ਵਿੱਚ ਸੁਰਾਖ ਹੋਏ ਉਹਦਾ ਇਲਾਜ ਵੀ ਸਹੀ ਪਾਕਿਸਤਾਨ ਦੇ ਵਿੱਚ ਨਹੀਂ ਹੁੰਦਾ ਤੇ ਉਹਦੇ ਵਾਸਤੇ ਵੀ ਲੋਕੀ ਬਾਹਰ ਜਾਂਦੇ ਨੇ। ਸਿਆਸਤਦਾਨ ਦੂਰ ਦੀ ਗੱਲ, ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ। ਜਿਹੜੇ ਪੈਸੇ ਵਾਲੇ ਲੋਕ ਨੇ ਜਾਂ ਜਿਹੜੇ ਦਰਮਿਆਨੀ ਦਰਜੇ ਦੇ ਲੋਕ ਨੇ ਉਹ ਵੀ ਆਪਣਾ ਇਲਾਜ ਜਿਹੜਾ ਨਾ ਕੋਸ਼ਿਸ਼ ਕਰਾਉਂਦੇ ਨੇ ਬਾਹਰ ਕਰਾਉਂਦੇ ਨੇ। ਕੋਈ ਅਮਰੀਕਾ 'ਚ ਕਰਾਉਂਦਾ, ਕੋਈ ਇੰਗਲੈਂਡ 'ਚ ਕਰਾਉਂਦਾ, ਕੋਈ ਆਸਟ੍ਰੇਲੀਆ 'ਚ ਕਰਾਉਂਦਾ, ਕੋਈ ਕੈਨੇਡਾ 'ਚ ਕਰਾ ਰਿਹਾ ਹੁੰਦਾ। ਠੀਕ ਹੈ, ਤੇ ਲਿਆਦਾ ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਕਿ ਹਾਂ ਜੀ ਇਹ ਬਾਹਰ ਕਿਉਂ ਜਾਂਦੇ ਨੇ। ਪਾਕਿਸਤਾਨ ਦੇ ਵਿੱਚ ਹਸਪੀਟਲ ਬਣੇ ਨੇ, ਅੱਛੇ ਹਸਪੀਟਲ ਬਣੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ, ਲੇਕਿਨ ਉਹਦੇ ਬਾਵਜੂਦ ਲੋਕੀ ਇਲਾਜ ਕਰਾਉਣ ਜਾਂਦੇ। ਇੱਥੋਂ ਇੰਗਲੈਂਡ ਦੇ ਵਿੱਚੋਂ ਲੋਕੀ ਆਪਣਾ ਇਲਾਜ ਕਰਾਉਣ ਉੱਥੇ ਜਾ ਰਹੇ ਹੁੰਦੇ ਨੇ, ਅਮਰੀਕਾ ਵਾਲੇ ਇੱਥੇ ਆ ਰਹੇ ਹੁੰਦੇ ਨੇ, ਇੰਗਲੈਂਡ ਆ ਰਹੇ ਹੁੰਦੇ ਨੇ।
ਤੇ ਲਿਹਾਜ਼ਾ ਇਹ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ। ਪਾਕਿਸਤਾਨ ਦੇ ਵਿੱਚ ਜਿਹੜੇ ਹਸਪੀਟਲ ਬਣੇ ਨੇ ਨਾ, ਜਿਹੜੇ ਸ਼ਰੀਫ ਖਾਨਦਾਨ ਨੇ ਬਣਾਏ ਨੇ, ਔਰ ਅਲਹਮਦੁਲਿਲਾ ਉਹ ਸਹੂਲਤਾਂ ਫਰਾਹਮ ਕਰਦੇ ਨੇ ਲੋਕਾਂ ਨੂੰ, ਫ੍ਰੀ ਦਵਾਈਆਂ ਮਿਲ ਰਹੀਆਂ ਨੇ, ਸਹੀ ਇਲਾਜ ਚੱਲ ਰਿਹਾ, ਠੀਕ ਹੈ। ਤੇ ਇਹ ਚੀਜ਼ ਮੈਂ ਤੁਹਾਨੂੰ ਸਿਰਫ ਦੱਸਣੀ ਹੈ ਕਿ ਇਲਾਜ ਤੁਸੀਂ ਭਾਵੇਂ ਪਾਕਿਸਤਾਨ 'ਚ ਕਰਾਓ ਤੇ ਭਾਵੇਂ ਕਿ ਜਿੱਥੋਂ ਮਰਜ਼ੀ ਕਰਾਓ, ਇਟਸ ਨਾਟ ਅ ਬਿਗ ਇਸ਼ੂ, ਸਮਝ ਆ ਰਹੀ ਹੈ। ਤੇ ਬਹਰਹਾਲ ਮਰੀਮ ਨਵਾਜ਼ ਸਾਹਿਬਾ ਨੇ ਇਸ ਮਿੱਥ ਨੂੰ ਤੋੜ ਦਿੱਤਾ ਤੇ ਆਪਣਾ ਇਲਾਜ ਸ਼ਰੀਫ ਮੈਡੀਕਲ ਦੇ ਵਿੱਚ ਕਰਾਇਆ ਤੇ ਅਲਹਮਦੁਲਿਲਾ ਉਹਨਾਂ ਦਾ ਜਿਹੜੀ ਸਰਜਰੀ ਸੀ ਉਹ ਕਾਮਯਾਬ ਹੋਈ ਹੈ ਤੇ ਉਹ ਹੁਣ ਆਪਣੇ ਘਰ ਸ਼ਿਫਟ ਹੋ ਗਏ ਨੇ ਤੇ ਉਹ ਉਹਨਾਂ ਨੂੰ ਆਰਾਮ ਦਾ ਮਸ਼ਵਰਾ ਦਿੱਤਾ, ਲੇਕਿਨ ਉਹਦੇ ਬਾਵਜੂਦ ਉਹ ਕੰਮ ਕਰ ਰਹੇ ਨੇ ਤੇ ਉਹ ਮੋਨੀਟਰ ਕਰ ਰਹੇ ਨੇ, ਹਰ ਚੀਜ਼ ਨੂੰ ਦੇਖ ਰਹੇ ਨੇ। ਮੈਂ ਸਿਰਫ ਇੱਥੇ ਇੰਨਾ ਕਹਾਂਗਾ ਕਿ ਜੀ ਪੰਜਾਬ ਦੇ ਵਿੱਚ ਤੇ ਅਲਹਮਦੁਲਿਲਾ ਬੜੇ ਅੱਛੇ ਹਸਪੀਟਲ ਬਣੇ ਹੋਏ ਨੇ, ਜ਼ਬਰਦਸਤ ਕਿਸਮ ਦੇ ਹਸਪੀਟਲ ਬਣੇ ਹੋਏ ਨੇ ਤੇ ਜਿਹੜੇ ਹਸਪੀਟਲ ਹੈਗੇ ਨੇ ਪੁਰਾਣੇ ਉਹਨਾਂ ਨੂੰ ਅਪਗ੍ਰੇਡ ਵੀ ਕੀਤਾ ਗਿਆ, ਨਵੇਂ ਹਸਪੀਟਲ ਨਵਾਜ਼ ਸ਼ਰੀਫ ਕੈਂਸਰ ਹਸਪੀਟਲ ਬਣ ਰਿਹਾ, ਠੀਕ ਹੈ, ਇਹ ਸ਼ੌਕਤ ਖਾਨਮ ਦੇ ਮੁਕਾਬਲੇ ਵਿੱਚ ਤੇ ਬੜਾ ਵੱਡਾ ਬਣ ਰਿਹਾ ਤੇ ਮੁਫਤ ਇਲਾਜ ਇਨਸ਼ਾਅੱਲਾ ਤਾਲਾ ਉੱਥੇ ਹੋਇਆ ਕਰੇਗਾ। ਸ਼ੌਕਤ ਖਾਨਮ 'ਚ ਮੁਫਤ ਇਲਾਜ ਨਹੀਂ ਹੁੰਦਾ, ਇਹ ਗੱਲ ਮੇਰੀ ਯਾਦ ਰੱਖਣਾ। ਜਿਹੜਾ ਕਹਿੰਦੇ ਨਾ ਮੁਫਤ, ਕੋਈ ਮੁਫਤ ਇਲਾਜ ਨਹੀਂ ਹੁੰਦਾ। ਜਿੰਨੇ ਵੀ ਮਰੀਜ਼ ਉੱਥੇ ਗਏ ਨੇ ਨਾ ਮੇਰੇ ਜਾਣਨ ਵਾਲੇ, ਉਹ ਸਭ ਨੇ ਇਹੀ ਆ ਕੇ ਕਿਹਾ ਕਿ ਭਾਈ ਕੋਈ ਮੁਫਤ ਇਲਾਜ ਨਹੀਂ, ਇਹਨਾਂ ਨੇ ਸਾਡੇ ਕੋਲ ਪੈਸੇ ਲਿੱਤੇ ਨੇ, ਸਮਝ ਆ ਰਹੀ, ਤੇ ਠੀਕ ਠਾਕ ਪੈਸੇ ਲਿੱਤੇ ਨੇ। ਉਹ ਆਮ ਬੰਦੇ ਨੂੰ ਵੀ ਨਹੀਂ ਛੱਡਦੇ, ਨਾ ਪੈਸੇ ਵਾਲੇ ਬੰਦੇ ਨੂੰ ਛੱਡਦੇ ਨੇ, ਨਾ ਆਮ ਬੰਦੇ ਨੂੰ ਛੱਡਦੇ ਨੇ, ਗਰੀਬ ਨੂੰ ਤੇ ਉਂਝ ਨਹੀਂ ਵੜਨ ਦਿੰਦੇ, ਸਮਝ ਆ ਰਹੀ। ਤੇ ਬਿਲਕੁਲ ਝੂਠ ਬੋਲਿਆ ਜਾਂਦਾ ਜੀ ਸ਼ੌਕਤ ਖਾਨਮ 'ਚ ਮੁਫਤ ਇਲਾਜ, ਕੋਈ ਮੁਫਤ ਇਲਾਜ ਨਹੀਂ ਹੁੰਦਾ ਜੀ। ਤੇ ਉਹਦੇ ਮੁਕਾਬਲੇ ਦੇ ਵਿੱਚ ਜਨਾਬ ਨਵਾਜ਼ ਸ਼ਰੀਫ ਕੈਂਸਰ ਹਸਪੀਟਲ ਜਿਹੜਾ ਨਾ ਉਹ ਆਪਣੇ ਆਖਰੀ ਮਰਾਹਿਲ ਦੇ ਵਿੱਚ ਹੈਗਾ, ਅੱਧੇ ਤੋਂ ਜ਼ਿਆਦਾ ਹਿੱਸਾ ਕੰਪਲੀਟ ਹੋ ਚੁੱਕਿਆ ਤੇ ਉੱਥੇ ਕੰਮ ਜਿਹੜਾ ਨਾ ਉਹ ਸ਼ੁਰੂ ਹੋ ਚੁੱਕਿਆ, ਥੋੜਾ ਜਿਹਾ ਕੰਮ ਰਹਿ ਗਿਆ, ਉਹ ਜੂ ਹੀ ਖਤਮ ਹੋਇਆ ਇਨਸ਼ਾਅੱਲਾ ਤਾਲਾ ਉਹਦਾ ਇਫਤਤਾਹ ਕਰ ਦਿੱਤਾ ਜਾਏਗਾ। ਤੇ ਮੈਂ ਸਿਰਫ ਇੰਨਾ ਕਹਿਣਾ ਕਿ ਇਹਨਾਂ ਯੂਥੀਆਂ ਨੂੰ ਤੇ ਇਹਨਾਂ ਯੂਥਰਾਂ ਨੂੰ ਕਿ ਤੁਸੀਂ ਆ ਜਾ ਕੇ ਉਂਗਲੀਆਂ ਚੁੱਕਦੇ ਹੋ, ਕ੍ਰਿਟਿਸਾਈਜ਼ ਕਰਦੇ ਹੋ ਪੰਜਾਬ ਹਕੂਮਤ ਦੇ ਉੱਤੇ। ਕਿਆ ਕਦੀ ਤੁਸੀਂ ਕ੍ਰਿਟਿਸਿਜ਼ਮ ਕੀਤਾ ਆਪਣਾ KPK ਦੇ ਵਿੱਚ? ਕਿਆ ਕਦੀ ਤੁਸੀਂ ਪੁੱਛਿਆ ਆਪਣੇ ਜਿੰਨੇ ਵੀ ਵਜ਼ੀਰ ਆਲਾ ਗੁਜ਼ਰ ਕੇ ਗਏ ਨੇ ਤੇ ਤੁਹਾਡਾ ਜਿਹੜਾ ਮੁਰਸ਼ਿਦ ਹੈਗਾ ਇਮਰਾਨ ਅਹਿਮਦ ਖਾਨ ਨਿਆਜ਼ੀ, ਕਦੀ ਉਹਦੇ ਕੋਲੋਂ ਪੁੱਛਿਆ ਕਿ ਬਈ ਤੁਹਾਨੂੰ ਇਹ 14ਵਾਂ ਸਾਲ ਲੱਗਾ ਹੋਇਆ, 2013 ਤੋਂ ਇਹ ਭਾਜੀ ਹੁਕੂਮਤ ਕਰ ਰਹੇ ਨੇ, ਇਹ 2026 ਚੱਲ ਰਿਹਾ, ਠੀਕ ਹੈ, 13 ਸਾਲ ਹੋ ਗਏ ਨੇ ਤੇ 14ਵੇਂ ਸਾਲ ਦੇ ਉੱਤੇ ਪਏ ਹੋਏ ਨੇ। ਤੇ ਇਹਨਾਂ 14 ਸਾਲਾਂ ਦੇ ਵਿੱਚ ਇਹਨਾਂ ਕੋਲੋਂ ਪੁੱਛੋ ਕਿ ਇਹਨਾਂ ਨੇ ਉੱਥੇ KPK ਦੇ ਵਿੱਚ ਕਿਹੜਾ ਕੋਈ ਹਸਪੀਟਲ ਬਣਾਇਆ, ਕਿਹੜਾ ਕਿ ਇਹਨਾਂ ਨੇ ਕੋਈ ਫ੍ਰੀ ਦਵਾਈਆਂ ਦਿੱਤੀਆਂ ਨੇ, ਜਾਂ ਜਿਹੜੇ ਪੁਰਾਣੇ ਹਸਪੀਟਲ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ। ਤੁਸੀਂ ਜਾ ਕੇ ਦੇਖੋ KPK ਦੇ ਵਿੱਚ ਬੁਰਾ ਹਾਲ ਬਣ ਕੇ ਬਿਹਾਰ ਹੋਇਆ ਪਿਆ, ਸਮਝ ਆ ਰਹੀ ਹੈ। ਉੱਥੇ ਇੰਨਾ ਕੁ ਬੁਰਾ ਸਿਸਟਮ ਹੈਗਾ ਨਾ ਇਹਦਾ ਸਿਹਤ ਦਾ ਤੇ ਇਹਦਾ ਕਿੰਨਾ ਕਹਿੰਦੇ ਨੇ ਇਲਾਜ ਮੁਆਲਜੇ ਦਾ, ਇੰਨਾ ਬੁਰਾ ਨਿਜ਼ਾਮ ਹੈ ਕਿ ਉਧਰੋਂ ਦੀ ਜਿਹੜੇ ਹੈਗੇ ਨੇ ਨਾ ਲੋਕੀ ਉਹ ਆਪਣਾ ਇਲਾਜ ਕਰਨ ਪੰਜਾਬ ਆਉਂਦੇ ਪਏ ਨੇ, ਭਰੇ ਪਏ ਨੇ ਹਸਪੀਟਲ ਭਰੇ ਪਏ ਨੇ, ਉਹ ਭਾਵੇਂ ਸਰਕਾਰੀ ਨੇ ਤੇ ਭਾਵੇਂ ਪ੍ਰਾਈਵੇਟ ਹੈਗੇ ਨੇ। ਤੁਸੀਂ ਜਾ ਕੇ ਦੇਖੋ ਤੁਹਾਨੂੰ ਸਾਰੇ ਪਠਾਨ ਨਜ਼ਰ ਆਉਣਗੇ ਉੱਥੇ, ਸਾਰੇ ਪਠਾਨ, ਕੋਈ ਆਪਣੇ ਪਿਓ ਦਾ ਇਲਾਜ ਕਰਾਉਣ ਆਇਆ, ਕੋਈ ਆਪਣੀ ਮਾਂ ਦਾ ਇਲਾਜ, ਕੋਈ ਆਪਣਾ ਬੀਵੀ ਦਾ, ਕੋਈ ਆਪਣੇ ਖਾਵਾਂ ਦਾ, ਕੋਈ ਆਪਣੇ ਬੱਚੇ ਦਾ, ਸਮਝ ਆ ਰਹੀ। ਤੇ ਉੱਥੇ ਕੁਛ ਵੀ ਨਹੀਂ ਹੈਗਾ ਸਵਾਏ ਉਹਨਾਂ ਨੇ ਕਰਪਸ਼ਨ ਹੋਰ ਕੁਛ ਨਹੀਂ ਕੀਤਾ। KPK ਦੀ ਹੁਕੂਮਤ ਨੇ ਸਵਾਏ ਕਰਪਸ਼ਨ ਨੇ ਕੁਛ ਨਹੀਂ ਕੀਤਾ। ਅਰਬਾਂ ਨਹੀਂ ਖਰਬਾਂ ਦੀ ਕਰਪਸ਼ਨਾਂ ਹੋਈਆਂ ਨੇ, ਖਰਬਾਂ ਦੀਆਂ ਕਰਪਸ਼ਨ। ਜਿਹੜਾ ਵਜ਼ੀਰ ਆਲਾ ਆਇਆ ਕਰਪਸ਼ਨ ਕਰਕੇ ਗਿਆ, ਜਿਹੜਾ ਵਜ਼ੀਰ ਆਲਾ ਆਇਆ ਕਰਪਸ਼ਨ ਕਰਕੇ ਗਿਆ। ਤੇ ਇਹ ਜਿਹੜਾ ਬੈਠਾ ਸੁਹੇਲ ਅਫਰੀਦੀ, ਇਹਨੇ ਵੀ ਭਾਵਾ ਜੀ ਆਪਣੀ ਠੀਕ ਠਾਕ ਦਿਹਾੜੀ ਲਾ ਲਿੱਤੀ ਹੋਈ ਹੈ। ਇਹਨੇ ਨੋਟੂ ਆਪਣਾ ਭੜ ਭੁੱਲ ਲਿਆ, ਜੋੜੀ ਭੜ ਚੁੱਕਿਆ, ਇਹਦਾ ਕੋਟਾ ਪੂਰਾ ਹੋ ਚੁੱਕਿਆ। ਇਹ ਹੁਣੇ ਓਵਰ ਜਿਹੜਾ ਨਾ ਉਹ ਅਰਨਿੰਗ ਕਰ ਰਿਹਾ, ਆਪਣਾ ਨੁਕਸਾਨ ਪੂਰਾ ਕਰ ਲਿਆ, ਉਹਨੇ ਓਵਰ ਆਪਣੀ ਅਰਨਿੰਗ ਕਰ ਰਿਹਾ ਜੇ। ਤੇ ਉੱਥੇ ਮਨਸ਼ਿਆਤ ਤੁਹਾਨੂੰ ਗਲੀ ਮੁਹੱਲੇ ਕੂਚਿਆਂ ਦੇ ਵਿੱਚ ਤੁਹਾਨੂੰ ਨਜ਼ਰ ਆਈ, ਚੌਂਕਾਂ ਦੇ ਵਿੱਚ ਵਿਕਦੀ ਹੋਈ ਨਜ਼ਰ ਆਏਗੀ। ਹਰ ਬੰਦਾ ਮਨਸ਼ਿਆਤ ਦਾ ਆਦੀ ਹੈ। ਇਹ ਮੈਂ ਕੱਲ੍ਹ ਇੱਕ ਵੀਡੀਓ ਦੇਖ ਰਿਹਾ ਸੀ ਕਿ ਉੱਥੇ ਕੁਛ ਲੋਕ ਬੈਠ ਕੇ ਉੱਥੇ ਗਲੀ ਦੇ ਵਿੱਚ ਕਿਸੇ ਨੁਕੜੇ ਦੇ ਵਿੱਚ ਮੇਰਾ ਖਿਆਲ ਹੈ ਕਿ 30-40 ਲੋਕ ਸਨ ਤੇ ਨਸ਼ਾ ਕਰਦੇ ਸਨ, ਸਮਝ ਆ ਰਹੀ। KPK ਦੀ ਹਕੂਮਤ ਦੇ ਹਾਲਾਤ ਨੇ ਤੇ ਉਧਰ ਦੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਭਾਜੀ ਇੱਥੇ ਰਹਿਣਾ ਜਿਹੜਾ ਨਾ ਇਹ ਮੁਸ਼ਕਲ ਹੋ ਗਿਆ, ਆਮ ਇਨਸਾਨ ਇੱਥੇ ਰਹਿ ਹੀ ਨਹੀਂ ਸਕਦਾ, ਸਮਝ ਆ ਰਹੀ। ਇਹ ਪੰਜਾਬ ਹਕੂਮਤ ਦੇ ਉੱਤੇ ਉਂਗਲੀਆਂ ਉਠਾਉਂਦੇ ਨੇ। ਪਹਿਲੇ ਆਪਣੇ ਗਿਰਬਾਨ ਦੇ ਵਿੱਚ ਆਕੋ ਤੁਸੀਂ ਆਪਣੀ ਕੌਮ ਨੂੰ ਕੀ, ਆਪਣੀ ਆਵਾਮ ਨੂੰ ਕੀ ਸਹੂਲਤ ਦਿੱਤੀ ਹੈ? ਨਾ ਤਾਲੀਮ ਦੀ ਸਹੂਲਤ ਹੈ ਉੱਥੇ, ਠੀਕ ਹੈ, ਨਾ ਸਿਹਤ ਦੀ ਕੋਈ ਸਹੂਲਤ ਹੈਗੀ ਹੈ, ਨਾ ਨੌਕਰੀ ਹੈਗੀ ਹੈ, ਨਾ ਕੋਈ ਇੰਫਰਾਸਟਰਕਚਰ ਹੈਗਾ, ਨਾ ਕੋਈ ਸੜਕਾਂ ਨੇ, ਨਾ ਕੁਛ ਵੀ ਨਹੀਂ, ਮੋਟਰਵੇ ਵਗੈਰਾ ਕੁਛ ਨਹੀਂ ਬਣਾਇਆ ਇਹਨਾਂ ਨੇ। ਇਹ ਕਹਿੰਦੇ ਨੇ ਜੀ ਸੜਕਾਂ ਨਾਲ ਸ਼ੌਰ ਨਹੀਂ ਆਉਂਦਾ। ਮੈਂ ਕਹਿੰਦਾ ਸੜਕਾਂ ਦੇ ਨਾਲ ਸ਼ੌਰ ਆਉਂਦਾ। ਕਿਉਂ?
ਕਿਉਂਕਿ ਲੋਕੀ ਜਦੋਂ ਆਉਂਦੇ ਨੇ ਬਾਹਰੋਂ ਦੇਖਦੇ ਨੇ ਕਿ ਹਾਂ ਵੀ ਸੜਕ ਕਿਹੜੀ ਕਾਰਪੇਟ ਰੋਡ ਬਣੀ ਹੈ, ਲੋਕੀ ਸਫ਼ਰ ਕਰਦੇ ਨੇ, ਗੱਡੀਆਂ ਆ ਸਾਫ਼ ਸੁਥਰੀਆਂ ਚੱਲ ਰਹੀਆਂ ਹੁੰਦੀਆਂ ਨੇ, ਕੋਈ ਡੈਮੇਜ ਨਹੀਂ, ਕੋਈ ਟਾਇਰ ਪੰਕਚਰ ਨਹੀਂ ਰਿਹਾ, ਸਕੂਨ ਨਾਲ ਜਾਂਦੇ ਨੇ, ਸਕੂਨ ਨਾਲ ਆਪਣਾ ਘਰ ਵਾਪਸ ਆਉਂਦੇ ਨੇ। ਇੱਥੋਂ ਲੋਕ ਬੜਾ ਖੁਸ਼ ਹੁੰਦੇ। ਤੁਸੀਂ ਕੱਢੋ ਹਾਂ ਗੱਡੀ ਆਪਣੀ ਆਇਆ ਤੇ ਟੁੱਟੀ ਭੱਡੀ ਹੋਈ ਸੜਕ ਦੇ ਵਿੱਚ ਚਲਾਓਗੇ ਗੱਡੀ? ਮੈਂ ਤੁਹਾਡੇ ਕੋਲ ਸਵਾਲ ਪੁੱਛਣਾ, ਆਪਣੇ ਦਿਲ ਤੇ ਹੱਥ ਰੱਖ ਕੇ ਮੈਨੂੰ ਜਿਹੜਾ ਨਾ ਜਵਾਬ ਦਿਓ। ਤੁਹਾਡੀ ਗੱਡੀ ਹੋਏ ਬ੍ਰਾਂਡ ਨਿਊ ਮਹਿੰਗੀ ਗੱਡੀ, ਤੁਸੀਂ ਟੁੱਟੀ ਸੜਕ ਦੇ ਉੱਤੇ ਚਲਾਓ ਤੇ ਉਹਦਾ ਟਾਇਰ ਪੰਕਚਰ ਹੋ ਜਾਏ, ਗੱਡੀ ਤੁਹਾਡੀ ਕਿਸੇ ਟੋਏ ਟੱਬੇ ਦੇ ਵਿੱਚ ਵੜ ਜਾਏ ਤੇ ਡੰਟ ਪੈ ਜਾਣ, ਕਿਆ ਤੁਸੀਂ ਉਸ ਸੜਕ ਤੇ ਕਦੀ ਵੀ ਨਹੀਂ ਚਲਾਓਗੇ? ਉਹੋ ਜੀ ਸੜਕ ਤੇ ਤੁਸੀਂ ਥੁੱਕੋਗੇ ਵੀ ਨਹੀਂ, ਤੁਸੀਂ ਝੋਲੀਆਂ ਚੁੱਕ ਚੁੱਕ ਕੇ ਬਦਮਾਸ਼ ਹੋਗੇ ਕਿ ਹਕੂਮਤ ਨੇ ਕੀਤਾ ਕੀ ਹੈਗਾ, ਇੱਕ ਸੜਕ ਤੱਕ ਬਣਾ ਨਹੀਂ ਸਕਦੀ ਤੇ ਸਾਨੂੰ ਸਹੂਲਤ ਕੀ ਦੇਗੀ? ਤੇ ਜਨਾਬੇ ਆਲੀ ਅਮਰੀਕਾ ਚਲੇ ਜਾਓ, ਇੰਗਲੈਂਡ ਚਲੇ ਜਾਓ, ਕੈਨੇਡਾ, ਜਿੱਥੇ ਵੀ ਤੁਸੀਂ ਜਾਓਗੇ ਨਾ ਤੁਹਾਨੂੰ ਬਿਹਤਰੀਨ ਸੜਕਾਂ ਮਿਲਣਗੀਆਂ। ਤੇ ਜੇ ਇਹ ਕਹਿੰਦੇ ਨੇ ਨਾ ਜੀ ਸੜਕਾਂ ਨਾਲ ਛੋੜਨੀਆਂ ਨਾ, ਤੇ ਫਿਰ ਦੁਨੀਆ ਦੇ ਵਿੱਚ ਸੜਕ ਹੀ ਨਾ ਬਣੇ, ਕਿਸੇ ਵੀ ਦੁਨੀਆ ਦੇ ਵਿੱਚ ਸੜਕ ਹੀ ਨਾ ਬਣੇ, ਤੇ ਉਹ ਖੁੱਡੇ ਪਏ ਹੋਣ ਤੇ ਗੱਡੀਆਂ ਤਬਾਹ ਬਰਬਾਦ ਹੋ ਰਹੀਆਂ ਹੋਣ, ਬਲਕਿ ਲੋਕੀ ਗੱਡੀਆਂ ਖਰੀਦਣ ਹੀ ਨਾ, ਫਿਰ ਸਾਈਕਲਾਂ ਦੇ ਵਿੱਚ ਜਾਂ ਪੈਦਲ ਹੀ ਸਫ਼ਰ ਕਰਨ ਜੇ ਇਸ ਤਰ੍ਹਾਂ ਦੀਆਂ। ਤੇ ਲਿਹਾਜ਼ਾ ਉਹਨਾਂ ਨੇ ਕਿਹਾ ਕਿ ਸਾਨੂੰ ਖਾਨ ਨੇ ਕਿਹਾ ਸੜਕਾਂ ਨਾਲ ਛੋੜਨੀਆਂ, ਤੇ ਇਸ ਕੋਲੋਂ ਉਹਨਾਂ ਸੜਕਾਂ ਬਣਾਈਆਂ ਹੀ ਨਹੀਂ। ਉਹ ਸ਼ਫੀ ਜਾਨ ਕੀ ਕਹਿੰਦਾ, ਜਿਹੜਾ ਵਜ਼ੀਰ ਇਤਲਾਤ ਹੈਗਾ KPK ਦਾ, ਉਹ ਕਹਿੰਦਾ ਸਾਨੂੰ ਲੋਕਾਂ ਨੇ ਵੋਟ ਇਮਰਾਨ ਖਾਨ ਨੂੰ ਆਜ਼ਾਦ ਕਰਨ ਦਾ ਦਿੱਤਾ, ਕਾਰਗਰਦਗੀ ਨਹੀਂ ਦਿੱਤਾ, ਕੰਮ ਦਾ ਨਹੀਂ ਦਿੱਤਾ। ਉਹ ਸਾਡੇ ਕੋਲ ਕੰਮ ਦੇ ਬਾਰੇ ਪੁੱਛਦੇ ਹੀ ਨਹੀਂ, ਉਹ ਤਾਂ ਕਹਿੰਦੇ ਨੇ ਕਿ ਤੁਸੀਂ ਕੋਈ ਕੰਮ ਕਰੋ, ਉਹ ਕਹਿੰਦੇ ਨੇ ਕੰਮ ਨਹੀਂ ਕਰਨਾ, ਬਸ ਇਮਰਾਨ ਖਾਨ ਨੂੰ ਆਜ਼ਾਦ ਕਰੋ। ਝੂਠ ਬੋਲਦੇ ਨੇ ਇਹ ਸ਼ਫੀ ਜਾਨ, ਸੁਹੇਲ ਅਫਰੀਦੀ, ਜਿੰਨੇ ਵੀ ਲੋਕ ਨੇ, ਇਹ PTI, ਇਹ ਸਭ ਝੂਠ ਬੋਲਦੇ ਨੇ, ਇਹ ਸਾਰੇ ਬਗਾਰਤ ਲੋਕ ਨੇ, ਇਹ ਆਪਣੀ ਆਵਾਮ ਨੂੰ ਕੋਈ ਸਹੂਲਤ ਨਹੀਂ ਦੇ ਰਹੇ। ਜੇ ਐਸੀ ਗੱਲ ਹੈ ਫਿਰ ਉਹ ਮਾਈਗ੍ਰੇਟ ਕਰਕੇ ਪੰਜਾਬ ਕਿਉਂ ਆ ਰਹੇ ਨੇ, ਕਿਉਂ ਉੱਥੇ ਆ ਕੇ ਤੇ ਆਪਣਾ ਗੁਜ਼ਰ ਬਸਰ ਕਰਦੇ ਨੇ, ਉੱਥੇ ਉਹ ਡੇਰੇ ਪਾ ਲੈਂਦੇ ਨੇ। ਤੇ ਇਹ ਕਹਿਣਾ ਕਿ ਜੀ ਉੱਥੇ ਪੰਜਾਬ ਦੇ ਵਿੱਚ ਸੜਕਾਂ ਬਣ ਰਹੀਆਂ ਨੇ, ਹਸਪੀਟਲ ਬਣ ਰਹੇ ਨੇ, ਤਾਲੀਮ ਦੇ ਅਦਾਰੇ ਅੱਛੇ ਹੋ ਰਹੇ ਨੇ, ਇਹ ਚੀਜ਼ ਹੋ ਰਹੀ ਹੈ, ਇਹਦਾ ਕੀ ਫਾਇਦਾ ਹੋਇਆ? ਇਹ ਤਾਂ ਕੁਝ ਵੀ ਨਹੀਂ ਹੈਗਾ, ਸਾਨੂੰ ਇਹ ਨਾਲ ਚੀਜ਼ ਦੀ ਜ਼ਰੂਰਤ ਨਹੀਂ, ਤੇ ਫਿਰ ਕਿਸ ਚੀਜ਼ ਦੀ ਜ਼ਰੂਰਤ ਹੈਗੀ? ਗੱਲ ਹੋ ਰਹੀ ਸੀ ਮਰੀਮ ਨਵਾਜ਼ ਸਾਹਿਬਾ ਦੀ, ਤੇ ਮਰੀਮ ਨਵਾਜ਼ ਸਾਹਿਬਾ ਨੇ ਆਪਣਾ ਇਲਾਜ ਪਾਕਿਸਤਾਨ ਦੇ ਵਿੱਚ ਰਹਿ ਕੇ ਤੇ ਉੱਥੇ ਆਪਣਾ ਇਲਾਜ ਕਰਾਇਆ ਸ਼ਰੀਫ ਮੈਡੀਕਲ ਦੇ ਵਿੱਚ, ਤੇ ਉਹਨਾਂ ਦੀ ਬੜੀ ਅੱਛੀ ਸਰਜਰੀ ਹੋਈ ਹੈ, ਕਾਮਯਾਬ ਸਰਜਰੀ ਹੋਈ ਹੈ, ਤੇ ਇਸ ਮਿਥ ਨੂੰ ਉਹਨਾਂ ਨੇ ਤੋੜ ਦਿੱਤਾ ਹੈ ਅਲਹਮਦੁਲਿਲਾ। ਤੇ ਇਨਸ਼ਾਅੱਲਾ ਤਾਲਾ ਆਉਣ ਵਾਲੇ ਵਕਤਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿੰਨੇ ਵੀ ਸਿਆਸਤਦਾਨ ਹੈਗੇ ਨੇ, ਜਿੰਨੇ ਵੀ, ਤੇ ਉਹ ਆਪਣਾ ਇਲਾਜ ਇਨਸ਼ਾਅੱਲਾ ਤਾਲਾ ਹੁਣ ਪਾਕਿਸਤਾਨ ਦੇ ਵਿੱਚ ਹੀ ਰਹਿ ਕੇ ਕਰਨਗੇ, ਹੁਣ ਬਾਹਰ ਨਹੀਂ। ਤੁਸੀਂ ਦੇਖੋ ਨਵਾਜ਼ ਸ਼ਰੀਫ ਸਾਹਿਬ ਨੂੰ, ਉਹਨਾਂ ਨੂੰ ਕਿੰਨਾ ਕੁ ਅਰਸਾ ਹੋ ਗਿਆ ਨਹੀਂ ਗਏ, ਪਾਕਿਸਤਾਨ ਹੀ ਬੈਠੇ ਨੇ। ਛੋਟੀ ਈਦ ਉਹਨਾਂ ਨੇ ਇੱਥੇ ਕੀਤੀ, ਵੱਡੀ ਈਦ ਉਹਨਾਂ ਨੇ ਇੱਥੇ ਕੀਤੀ, ਕੋਈ ਗਏ ਨੇ ਬਾਹਰ? ਆਪਣਾ ਇਲਾਜ ਇੱਥੇ ਹੀ ਕਰਾ ਰਹੇ ਨੇ ਅਲਹਮਦੁਲਿਲਾ। ਤੇ ਇਨਸ਼ਾਅੱਲਾ ਤਾਲਾ ਇਹ ਜਿਹੜਾ ਇੱਕ ਸ਼ੁਰੂਆਤ ਕਰ ਦਿੱਤੀ ਹੈ, ਪਾ ਦਿੱਤੀ ਹੈ ਮਰੀਮ ਸਾਹਿਬਾ ਨੇ, ਤੇ ਸਾਹ ਜਿਹੜੇ ਨਾ ਇਹਦੇ ਉੱਤੇ ਇਨਸ਼ਾਅੱਲਾ ਤਾਲਾ ਜਿੰਨੇ ਵੀ ਸਿਆਸਤਦਾਨ ਨੇ ਉਹ ਹੁਣ ਅਮਲ ਕਰਨਗੇ ਤੇ ਪਾਕਿਸਤਾਨ ਦੇ ਵਿੱਚ ਇਨਸ਼ਾਅੱਲਾ ਤਾਲਾ ਆਪਣਾ ਇਲਾਜ ਕਰਾਇਆ ਕਰਨਗੇ। ਮੈਂ ਆਪਣਾ ਵੀਲੌਗ ਇਸ ਨਾਰੇ ਦੇ ਨਾਲ ਇਖਤਤਾਮ ਕਰਾਂਗਾ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ, ਤੇ ਆਪਣੇ ਖਿਆਲਾਂ ਦਾ ਇਜ਼ਹਾਰ ਜ਼ਰੂਰ ਕਰੋ, ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ।